ਹਾਲੇਲੂਇਆ ਸਾਰਿਆਂ ਨੂੰ ਜੈ ਮਸੀਹ ਕੀ। ਮੈਂ ਪਰਮੇਸ਼ਵਰ ਦਾ ਧੰਨਵਾਦ ਕਰਦੀ ਹਾਂ ਅੱਜ ਦੇ ਸੁੰਦਰ ਦਿਨ ਦੇ ਲਈ, ਸੁੰਦਰ ਸ਼ਾਮ ਦੇ ਲਈ ਜੋ ਉਸਨੇ ਸਾਡੀ ਜ਼ਿੰਦਗੀ ਵਿੱਚ ਦਿੱਤੀ ਹੈ, ਤੁਹਾਡੀ ਜ਼ਿੰਦਗੀ ਵਿੱਚ ਦਿੱਤੀ ਹੈ। ਇਹ ਸੁੰਦਰ ਦਿਨ ਦਿਖਾਇਆ, ਇੱਕ ਹੋਰ ਦਿਨ ਸਾਡੀ ਲਾਈਫ 'ਚ ਐਡ ਕੀਤਾ ਹੈ। ਉਹਦੇ ਲਈ ਮੈਂ ਉਸਦਾ ਲੱਖਾਂ ਵਾਰ ਧੰਨਵਾਦ ਕਰਦੀ ਹਾਂ ਕਿਉਂਕਿ ਉਹ ਆਦਰ ਮਹਿਮਾ ਤਾਰੀ ਦੇ ਯੋਗ ਪਰਮੇਸ਼ਵਰ ਹੈ। ਆਈਏ ਅਸੀਂ ਪ੍ਰਾਰਥਨਾ ਕਰਾਂਗੇ। ਮਹਾਨ ਸਰਵਸ਼ਕਤੀਮਾਨ ਪਿਤਾ ਜੀ, ਤੁਹਾਡਾ ਧੰਨਵਾਦ ਕਰਦੇ ਪਿਤਾ, ਤੁਹਾਡੀਆਂ ਬਰਕਤਾਂ ਦੇ ਲਈ, ਤੁਹਾਡੀਆਂ ਭਲਾਈਆਂ ਦੇ ਲਈ ਜੋ ਤੁਸੀਂ ਸਾਡੀ ਜ਼ਿੰਦਗੀ ਵਿੱਚ ਕਰਦੇ ਹੋ ਉਹਦੇ ਲਈ ਤੁਹਾਡਾ ਧੰਨਵਾਦ ਕਰਦੇ ਪਿਤਾ ਜੀ। ਹੁਣ ਇਹਦੇ ਖੁਦਾਵੰਦ ਜੋ ਕੋਈ ਵੀ ਇਸ ਵੀਡੀਓ ਨੂੰ ਸੁਣੇ, ਤੇਰੀ ਆਵਾਜ਼ ਨੂੰ ਸੁਣੇ, ਤੇਰੇ ਵਚਨਾਂ ਨੂੰ ਸੁਣੇ ਪ੍ਰਭੂ, ਅੱਜ ਉਹ ਹਰ ਇੱਕ ਜਨ ਆਸ਼ੀਸ਼ ਤੇ ਬਰਕਤ ਨੂੰ ਪਾਵੇ ਪਿਤਾ। 100 ਗੁਣਾ ਫਲ ਲੈ ਕੇ ਆਵੇ ਆਪਣੀ ਜ਼ਿੰਦਗੀ ਦੇ ਵਿੱਚ। ਹਰ ਪ੍ਰਕਾਰ ਦੇ ਬੰਧਨ, ਹਰ ਪ੍ਰਕਾਰ ਦੀ ਪਿਤਾ ਟੈਨਸ਼ਨ ਉਹਨਾਂ ਦੇ ਦਿਮਾਗ 'ਚ, ਹਿਰਦਿਆਂ 'ਚੋਂ ਨਿਕਲੇ ਤਾਂ ਕਿ ਉਹ ਤੇਰੇ ਨਾਮ ਨੂੰ ਉੱਚਾ ਕਰ ਸਕਣ, ਤੇਰੇ ਨਾਮ ਨੂੰ ਇੱਜ਼ਤ ਔਰ ਜਲਾਲ ਦੇ ਸਕਣ ਪਿਤਾ। ਔਰ ਉਹਨਾਂ ਦੀ ਜ਼ਿੰਦਗੀਆਂ ਦੇ ਵਿੱਚ ਵੱਡੇ ਤੇ ਚਮਤਕਾਰ ਕਰ ਪਿਤਾ। ਤੇਰਾ ਧੰਨਵਾਦ ਕਰਦੇ ਹਾਂ ਯੀਸ਼ੂ ਮਸੀਹ ਦੇ ਨਾਮ 'ਚ ਮੰਗਦੇ ਹਾਂ, ਆਮੀਨ ਆਮੀਨ। ਹਾਲੇਲੂਇਆ। ਮੈਂ ਆਸ ਕਰਦੀ ਹਾਂ ਕਿ ਸਾਰੇ ਸਹੀ ਹੋਣਗੇ, ਚੰਗੇ ਹੋਣਗੇ ਔਰ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਬਣੇ ਰਹਿਣਗੇ ਕਿਉਂਕਿ ਇਹ ਦਿਨ ਆਤਮਾ ਦੇ ਵਿੱਚ ਭਰਨ ਦਾ ਦਿਨ ਹੈ। ਤੁਸੀਂ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਕਲੀਸਿਆ ਦੇ ਵਿੱਚ, ਹਰ ਇੱਕ ਕਲੀਸਿਆ ਦੇ ਵਿੱਚ ਪਰਮੇਸ਼ਵਰ ਦਾ ਆਤਮਾ ਮੰਡਰਾ ਰਿਹਾ। ਪਰਮੇਸ਼ਵਰ ਆਪਣੇ ਲੋਕਾਂ ਨੂੰ ਅਦਭੁਤ ਤਰੀਕੇ ਦੇ ਨਾਲ ਭਰ ਰਿਹਾ ਆਪਣੀ ਪਵਿੱਤਰ ਆਤਮਾ ਦੇ ਨਾਲ। ਕਿਹਨਾਂ ਨੂੰ? ਜਿਹੜੇ ਉਹਦੀ ਆਤਮਾ ਨੂੰ ਮੰਗ ਰਹੇ ਨੇ, ਜਿਹੜੇ ਉਹਦੇ ਵਿੱਚ ਤਿਆਰ ਨੇ, ਜਿਹੜੇ ਉਹਦੇ ਵਿੱਚ ਬਣਨਾ ਚਾਹੁੰਦੇ ਨੇ, ਜਿਹੜੇ ਉਹਦੇ ਸੱਚਮੁੱਚ ਧੀਆਂ ਤੇ ਪੁੱਤਰ, ਉਹਦੇ ਚੇਲੇ, ਉਹਦੇ ਦਾਸ ਬਣ ਚੁੱਕੇ ਨੇ। ਉਹ ਉਹਨਾਂ ਨੂੰ ਆਪਣੀ ਪਵਿੱਤਰ ਆਤਮਾ ਦੇ ਨਾਲ ਭਰ ਰਿਹਾ। ਔਰ ਇਸ ਸਾਲ ਅਸੀਂ ਪਰਮੇਸ਼ਵਰ ਦੀ ਅਦਭੁਤ ਪ੍ਰੈਜ਼ੈਂਸ ਨੂੰ ਮਹਿਸੂਸ ਕਰਾਂਗੇ, ਅਦਭੁਤ ਹੋਲੀ ਸਪਿਰਿਟ ਨੂੰ ਮਹਿਸੂਸ ਕਰਾਂਗੇ ਜੋ ਅਸੀਂ ਕਦੀ ਵੀ ਜ਼ਿੰਦਗੀ ਵਿੱਚ ਨਹੀਂ ਕੀਤੀ ਹੋਏਗੀ। ਹਾਲੇਲੂਇਆ। ਆਈਏ ਅਸੀਂ ਵਚਨ ਪੜ੍ਹਦੇ ਹਾਂ। ਵਚਨ ਦੇ ਵਿੱਚ ਲੂਕਾ ਦੀ ਇੰਜੀਲ 14 ਬਾਬ ਉਹਦੀ ਅਸੀਂ 25 ਐਤ ਤੋਂ ਪढ़ांगे। जब बड़ी भीड़ उसके साथ जा रही थी तो उसने पीछे मुड़कर उनसे कहा, यदि कोई मेरे पास आए और अपने पिता और माता और अपनी पत्नी और बच्चों और भाइयों और बहनों वरन अपने प्राण को भी अप्रिय ना जाने तो वह मेरा चेला नहीं हो सकता। ਇੱਥੇ ਕੀ ਲਿਖਿਆ ਪਰਮੇਸ਼ਰ ਦੇ ਵਚਨ 'ਚ? ਪਰਮੇਸ਼ਰ ਦੇ ਵਚਨ 'ਚ ਲਿਖਿਆ ਹੈ ਜਦੋਂ ਇੱਕ ਬਹੁਤ ਵੱਡੀ ਭੀੜ ਪਰਮੇਸ਼ਰ ਦੇ ਨਾਲ ਜਾ ਰਹੀ ਸੀ ਤੇ ਉਹਨੇ ਪਿੱਛੇ ਮੁੜ ਕੇ ਲੋਕਾਂ ਨੂੰ ਕਿਹਾ ਕਿ ਯਦੀ ਕੋਈ ਮੇਰੇ ਪਾਸ ਆਏ, ਮੇਰੇ ਕੋਲ ਆਏ, ਆਪਣੇ ਪਿਤਾ, ਆਪਣੇ ਮਾਤਾ, ਪਤਨੀ, ਬੱਚੇ, ਭਾਈਏ, ਬਹਿਨੇ ਔਰ ਆਪਣੇ ਪ੍ਰਾਣ ਨੂੰ ਜਿਹੜਾ ਅਪ੍ਰਿਯ ਨਹੀਂ ਜਾਣਦਾ ਨਾ, ਉਹ ਮੇਰਾ ਚੇਲਾ ਨਹੀਂ ਹੋ ਸਕਦਾ। ਅੱਜ ਸੰਸਾਰ ਦੇ ਵਿੱਚ ਅਸੀਂ ਬਹੁਤ ਸਾਰੇ ਲੋਕਾਂ ਨੂੰ ਦੇਖਦੇ ਹਾਂ। ਮੈਂ ਆਪਣੀ ਡੇਲੀ ਲਾਈਫ 'ਚ ਲੋਕਾਂ ਨੂੰ ਦੇਖਦੀ ਹਾਂ ਕਿ ਲੋਕਾਂ ਨੂੰ ਆਪਣੀ ਲਾਈਫ ਦੀ, ਆਪਣੇ ਬੱਚਿਆਂ ਦੀ, ਆਪਣੇ ਮਾਤਾ ਦੀ, ਆਪਣੇ ਪਿਤਾ ਦੀ, ਆਪਣੇ ਭੈਣ ਭਰਾਵਾਂ ਦੀ, ਆਪਣੇ ਰਿਸ਼ਤੇਦਾਰਾਂ ਦੀ ਪਤਾ ਨਹੀਂ ਕਿਹਦੀ ਟੈਨਸ਼ਨ ਲਈ ਹੋਈ ਹੈ ਬੇਫਾਲਤੂ 'ਚ। ਉਹ ਟੈਨਸ਼ਨ ਲੈਣ ਦਾ ਵਿਸ਼ਾ ਵੀ ਨਹੀਂ ਹੈ, ਉਹ ਟੈਨਸ਼ਨ ਲਈ ਹੋਈ ਹੈ। ਹਾਂ, ਪਰਮੇਸ਼ਵਰ ਕਹਿੰਦਾ ਤੁਸੀਂ ਪਿਆਰ ਕਰੋ ਆਪਣੀ ਫੈਮਿਲੀ ਨਾਲ, ਅਸੀਂ ਉਹਨਾਂ ਨੂੰ ਛੱਡ ਨਹੀਂ ਸਕਦੇ, ਬਟ ਅਸੀਂ ਪਰਮੇਸ਼ਵਰ ਦੇ ਨਾਲੋਂ ਜ਼ਿਆਦਾ ਕਿਸੇ ਨੂੰ ਪਿਆਰ ਨਹੀਂ ਕਰ ਸਕਦੇ ਕਿਉਂਕਿ ਪਰਮੇਸ਼ਵਰ ਕਹਿੰਦਾ ਅਗਰ ਤੂੰ ਆਪਣੀ ਜਾਨ ਨੂੰ ਵੀ ਮੇਰੇ ਨਾਲੋਂ ਜ਼ਿਆਦਾ ਪਿਆਰ ਕਰੇਗਾ ਤੇ ਮੇਰਾ ਚੇਲਾ ਨਹੀਂ ਹੈ ਕਿਉਂਕਿ ਇਹ ਜਾਨ ਮੇਰੀ ਦਿੱਤੀ ਹੋਈ ਹੈ। ਐਵਰੀਥਿੰਗ ਜੋ ਉਸਨੇ ਦਿੱਤਾ ਹੈ, ਜੋ ਫੈਮਿਲੀ ਦਿੱਤੀ, ਜੋ ਭੈਣ ਭਰਾ, ਜੋ ਬੱਚੇ, ਜੋ ਮਾਤਾ ਪਿਤਾ, ਸਭ ਕੁਛ ਹੈ ਪਰਮੇਸ਼ਵਰ ਦੇ ਵੱਲੋਂ ਹੈ। ਤੇ ਜੇ ਅਸੀਂ ਇਹਨਾਂ ਦੀ ਹੀ ਚਿੰਤਾ ਕਰਦੇ ਰਵਾਂਗੇ ਤਾਂ ਅਸੀਂ ਪਰਮੇਸ਼ਵਰ ਦੇ ਵਿੱਚ ਕਦੀ ਅੱਗੇ ਨਹੀਂ ਵੱਧ ਸਕਦੇ। ਅੱਜ ਕੱਲ੍ਹ ਦੇ ਜ਼ਮਾਨੇ ਦੇ ਵਿੱਚ ਮਾਂ-ਬਾਪ ਨੂੰ ਆਪਣੇ ਬੱਚਿਆਂ ਦੀ ਟੈਨਸ਼ਨ ਰਹਿੰਦੀ ਹੈ। ਪਤਾ ਨਹੀਂ ਰੋਟੀ ਖਾਧੀ ਕਿ ਨਹੀਂ ਖਾਧੀ, ਉਹਨੇ ਰੋਟੀ 'ਚ ਕੀ ਖਾਣਾ ਹੈ, ਉਹਨੇ ਸਵੇਰੇ ਕਿੱਦਾਂ ਜਾਣਾ ਹੈ, ਕਿੱਦਾਂ ਆਉਣਾ ਹੈ। ਟੈਨਸ਼ਨ ਲੈਣ ਦੀ ਬਜਾਏ ਤੁਸੀਂ ਆਪਣੇ ਬੱਚਿਆਂ ਨੂੰ, ਉਹਨਾਂ ਦੇ ਕੰਮਾਂ ਨੂੰ, ਉਹਨਾਂ ਦੀ ਲਾਈਫ ਨੂੰ ਪਰਮੇਸ਼ਰ ਦੇ ਹੱਥਾਂ ਵਿੱਚ ਕਿਉਂ ਨਹੀਂ ਸੌਂਪਦੇ? ਜੇ ਉਹ ਤੁਹਾਨੂੰ ਬੱਚੇ ਦੇਣ ਦੀ ਸਾਮਰਥ ਰੱਖਦਾ ਹੈ, ਜੇ ਉਹ ਤੁਹਾਨੂੰ ਰਿਸ਼ਤੇਦਾਰ ਦੇਣ 'ਚ, ਜੇ ਉਹ ਤੁਹਾਨੂੰ ਭੈਣ ਭਰਾ ਐਵਰੀਥਿੰਗ ਫੈਮਿਲੀ ਦੇਣ ਦੀ ਸਾਮਰਥ ਰੱਖਦਾ ਹੈ, ਤੁਹਾਨੂੰ ਦਿੱਤੀ ਹੈ, ਤਾਂ ਉਹਨਾਂ ਨੂੰ ਸੰਭਾਲਣ ਦੀ ਵੀ ਸਾਮਰਥ ਰੱਖਦਾ ਹੈ। ਉਹ ਤੁਹਾਡੇ ਨਾਲੋਂ ਵੱਧ ਜਾਣਦਾ ਹੈ, ਉਹਨਾਂ ਨੂੰ, ਉਹਨਾਂ ਦੇ ਹਿਰਦਿਆਂ ਨੂੰ ਜਾਣਦਾ ਹੈ। ਉਹ ਸਭ ਕੁਝ ਉਹਨਾਂ ਦੀ ਦੇਖਭਾਲ ਕਰ ਸਕਦਾ ਹੈ ਕਿਉਂਕਿ ਉਹ ਸੱਚਾ ਚਰਵਾਹਾ ਹੈ। ਉਸਨੂੰ ਹਰ ਇੱਕ ਇਨਸਾਨ ਦਾ ਪਤਾ ਹੈ। ਤੁਸੀਂ ਕਿਸੇ ਨੂੰ ਨਹੀਂ ਵੀ ਜਾਣਦੇ ਲੇਕਿਨ ਪਰਮੇਸ਼ਰ ਉਹਦੀ ਵੀ ਰੱਖਿਆ ਕਰਦਾ ਹੈ। ਕਿਤੇ ਵੀ ਨਹੀਂ ਏਦਾਂ ਹੁੰਦਾ ਕਿ ਇੱਕ ਇਨਸਾਨ ਤੇ ਧੁੱਪ ਪੈਂਦੀ ਹੈ ਦੂਜੇ ਤੇ ਨਹੀਂ ਪੈਂਦੀ, ਇੱਕ ਇਨਸਾਨ ਤੇ ਕੋਲ ਬੈਠੇ ਮੀਂਹ ਪੈਂਦਾ ਦੂਜੇ ਤੇ ਨਹੀਂ ਪੈਂਦਾ। ਉਹ ਸਭ ਨੂੰ
ਦਿੰਦਾ ਹੈ, ਸਭ ਦਾ ਧਿਆਨ ਰੱਖਦਾ ਹੈ। ਸੋ ਕਿਉਂ ਮਨੁੱਖ ਆਪਣੇ ਪ੍ਰਾਣ ਦੀ, ਆਪਣੇ ਨਾਲ ਰਹਿਣ ਵਾਲਿਆਂ ਦੀ, ਰਿਸ਼ਤੇਦਾਰਿਆਂ ਦੀ ਟੈਨਸ਼ਨ ਲੈ ਕੇ ਆਪਣਾ ਜੀਵਨ ਖਰਾਬ ਕਰ ਰਿਹਾ ਹੈ? ਉਹੀ ਟਾਈਮ ਤੁਸੀਂ ਪਰਮੇਸ਼ਵਰ 'ਚ ਕਿਉਂ ਨਹੀਂ ਬਤੀਤ ਕਰਦੇ? ਕਿਉਂਕਿ ਉਹ ਬਚਾਉਣ ਦੀ ਤੇ ਛੁਡਾਉਣ ਦੀ ਤਾਕਤ ਰੱਖਦਾ ਹੈ। ਕਹਿੰਦਾ ਪੰਛੀਆਂ, ਬਾਈਬਲ 'ਚ ਲਿਖਿਆ, ਕਹਿੰਦਾ ਪੰਛੀਆਂ ਵੱਲ ਵੇਖੋ, ਪਰਮੇਸ਼ਵਰ ਦੇ ਵਚਨ 'ਚ ਕਹਿੰਦਾ ਪੰਛੀਆਂ ਵੱਲ ਵੇਖੋ, ਜਾਂ ਨਾ ਬੀਜਦੇ ਹੈ ਤੇ ਨਾ ਵੱਢਦੇ ਹੈ, ਲੇਕਿਨ ਫਿਰ ਵੀ ਖਾ ਕੇ ਸੌਂਦੇ ਹੈ। ਤੇ ਤੁਸੀਂ ਜੋ ਮੇਰੇ ਹੱਥਾਂ ਦੀ ਬਣਾਈ ਹੋਈ ਕਾਰੀਗਰੀ ਹੋ, ਮੈਂ ਤੁਹਾਡਾ ਕੁਮਹਾਰ ਹਾਂ, ਤੁਸੀਂ ਮੇਰੀ ਮਿੱਟੀ ਹੋ, ਮੈਂ ਤੁਹਾਨੂੰ ਸਾਜਿਆ, ਮੈਂ ਤੁਹਾਨੂੰ ਬਣਾਇਆ, ਮੈਂ ਕਿੰਨਾ ਕੁ ਵੱਧ ਤੁਹਾਨੂੰ ਉਹਦੇ ਨਾਲ ਪ੍ਰੇਮ ਕਰਦਾ ਹੋਵਾਂਗਾ, ਜਿਹੜੀਆਂ ਨਾ ਬੀਜਦੀਆਂ ਨਾ ਵੱਢਦੀਆਂ। ਇਹਦਾ ਮਤਲਬ ਅਸੀਂ ਵਿਸ਼ਵਾਸ ਨਹੀਂ ਕਰਦੇ ਪਰਮੇਸ਼ਵਰ ਤੇ। ਅਸੀਂ ਕਹਿੰਦੇ ਆ ਕਿ ਪਰਮੇਸ਼ਵਰ ਤੂੰ ਹੀ ਕਰਨਾ, ਹੁਣ ਜੋ ਕਰਨਾ ਹੈ। ਲੋਕੀ ਕਹਿੰਦੇ ਰੱਬ ਨੇ ਹੀ ਕਰਨਾ ਜੋ ਕਰਨਾ, ਹੁਣ ਸਾਡੇ ਹੱਥ ਵੱਸ ਤੇ ਕੁਛ ਨਹੀਂ ਰਹਿ ਗਿਆ। ਦੂਜੇ ਪਾਸੇ ਚਿੰਤਾ ਵੀ ਲਾਈ ਹੋਈ ਹੈ। ਇਹਦਾ ਮਤਲਬ ਤੁਸੀਂ ਮੂੰਹ ਤੋਂ ਕਹਿ ਰਹੇ ਹੋ, ਇਨਰ ਹਾਰਟ 'ਚ ਤੁਹਾਡੇ ਕੋਈ ਵਿਸ਼ਵਾਸ ਨਹੀਂ ਹੈ ਪਰਮੇਸ਼ਵਰ ਤੇ। ਜੇ ਤੁਸੀਂ ਵਿਸ਼ਵਾਸ ਕਰਦੇ ਹੋ ਫਿਰ ਤੁਸੀਂ ਚਿੰਤਾ ਵੀ ਨਹੀਂ ਕਰ ਸਕਦੇ, ਔਰ ਤੁਸੀਂ ਦੂਸਰੀ ਸਾਈਡ ਤੇ ਆਪਣੇ ਪ੍ਰਾਣ ਨੂੰ ਨਾਸ਼ ਵੱਲ ਵੀ ਨਹੀਂ ਲਿਜਾ ਸਕਦੇ। ਜਦੋਂ ਅਬਰਾਹਾਮ ਨੂੰ, ਬਾਈਬਲ ਦੇ ਵਿੱਚ ਲਿਖਿਆ, ਜਦੋਂ ਅਬਰਾਹਾਮ ਨੂੰ ਪਰਮੇਸ਼ਵਰ ਨੇ ਆਵਾਜ਼ ਮਾਰੀ ਤਾਂ ਪਰਮੇਸ਼ਵਰ ਨੇ ਕਿਹਾ, ਹੇ ਅਬਰਾਹਾਮ, ਆਪਣੇ ਦੇਸ਼, ਆਪਣੇ ਕੁਟੁੰਬੀ, ਆਪਣੇ ਪਿਤਾ ਦਾ ਘਰ ਛੱਡ ਕੇ ਚੱਲ। ਅਸੀਂ ਪੜ੍ਹਦੇ ਹਾਂ ਉਤਪਤੀ 12 ਦੇ ਵਿੱਚ ਕੀ ਲਿਖਿਆ ਇੱਥੇ, ਪਰਮੇਸ਼ਵਰ ਦਾ ਦਾਸ, ਸੱਚਾ ਵਿਸ਼ਵਾਸੀ ਦਾਸ ਜਿਹੜਾ ਉਸਦੀ ਆਗਿਆਕਾਰੀ ਕਰਦਾ ਸੀ, ਉੱਥੇ ਕੀ ਲਿਖਿਆ, यहोवा ने अब्राहम से कहा, अपने देश और अपने कुटुंबियों और अपने पिता के घर को छोड़कर उस देश में चला जा जो मैं तुझे दिखाऊंगा। ਪਰਮੇਸ਼ਵਰ ਕਹਿੰਦਾ ਛੱਡ ਕੇ ਉਸ ਦੇਸ਼ ਵਿੱਚ ਜਾ ਜੋ ਮੈਂ ਤੈਨੂੰ ਦਿਖਾਊਂਗਾ। ਹਜੇ ਦਿਖਾਇਆ ਨਹੀਂ ਸੀ, ਹਜੇ ਦੱਸਿਆ ਨਹੀਂ ਸੀ ਵੀ ਤੂੰ ਕਿੱਥੇ ਜਾਣਾ ਹੈ। ਉਹਨੇ ਕੁਐਸਚਨ ਨਹੀਂ ਅੱਗੇ ਪੁੱਟ ਕੀਤਾ, ਪ੍ਰਭੂ ਪਹਿਲਾਂ ਮੈਨੂੰ ਦੱਸ ਕਿੱਥੇ ਜਾਣਾ, ਮੈਂ ਉਸ ਹਿਸਾਬ ਨਾਲ ਆਪਣਾ ਸਮਾਨ ਤਿਆਰ ਕਰਕੇ ਲੈ ਕੇ ਜਾਵਾਂ। ਦੱਸ ਮੈਨੂੰ ਉਸ ਸ਼ਹਿਰ 'ਚ ਇਸ ਸਮੇਂ ਠੰਡ ਪੈ ਰਹੀ ਹੈ, ਗਰਮੀ ਪੈ ਰਹੀ ਹੈ, ਬਰਸਾਤ ਪੈ ਰਹੀ ਹੈ, ਰੋਟੀ ਪਾਣੀ ਦਾ ਸਿਸਟਮ ਕੀ ਹੈ, ਮੈਂ ਆਪਣਾ ਸਭ ਕੁਝ ਇੱਥੋਂ ਹੀ ਇੰਤਜ਼ਾਮ ਕਰਕੇ ਲੈ ਕੇ ਜਾਵਾਂ। ਨਥਿੰਗ। ਕਿਉਂ? ਫੇਥ ਕਰਕੇ। ਉਹਨੂੰ ਪਤਾ ਸੀ ਜੇ ਪਰਮੇਸ਼ਵਰ ਨੇ ਕਹਿ ਦਿੱਤਾ ਨਾ ਕਿ ਇੱਥੋਂ ਚਲਾ ਜਾ, ਤਾਂ ਹੁਣ ਮੈਂ ਇੱਥੋਂ ਜਾਣਾ ਹੈ ਔਰ ਮੈਂ ਆਸ਼ੀਸ਼ਾਂ ਲੈਣੀਆਂ ਹੈ। ਤੇ ਉਹਨੇ ਕੀ ਕੀਤਾ? ਪਰਮੇਸ਼ਵਰ ਦੀ ਆਗਿਆ ਨੂੰ ਫੋਲੋ ਕੀਤਾ। ਅੱਜ ਸਾਨੂੰ ਪਰਮੇਸ਼ਵਰ ਇੰਨਾ ਕੁਛ ਕਹਿੰਦੇ, ਸਾਡੇ ਅੰਦਰ ਵਿਸ਼ਵਾਸ ਨਹੀਂ ਆਉਂਦਾ। ਅਸੀਂ ਸੋਚਦੇ ਕਿੱਦਾਂ ਹੋ ਸਕਦਾ ਹੈ, ਇਹ ਕਿੱਦਾਂ ਸੰਭਵ ਹੈ, ਅਸੀਂ ਕਿੱਦਾਂ ਆਪਣਾ ਘਰ, ਦੇਸ਼, ਆਪਣਾ ਮਹੱਲਾ, ਆਪਣਾ ਨਗਰ, ਆਪਣੇ ਮਾਤਾ ਪਿਤਾ, ਆਪਣੇ ਬੱਚੇ ਆਪਾਂ ਕਿੱਦਾਂ ਛੱਡ ਕੇ ਜਾ ਸਕਦੇ ਹਾਂ? ਨਹੀਂ ਕਰ ਸਕਦੇ ਆਪਾਂ। ਪਰ ਸਾਨੂੰ ਕਹਿੰਦਾ ਨਹੀਂ। ਇਹਦੇ ਅਬਰਾਹਾਮ ਦੀ ਜ਼ਿੰਦਗੀ ਦੇ ਵਿੱਚ ਇੱਕ ਮਰਜ਼ੀ ਸੀਗੀ, ਪਰਮੇਸ਼ਵਰ ਦਾ ਮਾਸਟਰ ਪਲਾਨ ਸੀਗਾ ਜੋ ਉਸਨੇ ਪੂਰਾ ਕਰਨਾ ਸੀ। ਔਰ ਅਬਰਾਹਾਮ ਨੂੰ ਪਰਮੇਸ਼ਵਰ ਨੇ ਆਵਾਜ਼ ਮਾਰ ਕੇ ਕਿਹਾ कि तू जा, अपने कुटुंबियों, अपने देश, अपने पिता के घर को छोड़कर उस देश में चला जा जो मैं तुझे दिखाऊंगा। और उदां ही उसने किया और परमेश्वर ने ਉਹਨੂੰ ਵੱਡੀਆਂ ਵੱਡੀਆਂ ਜਾਤੀਆਂ ਦਾ ਪਿਤਾ ਬਣਾ ਦਿੱਤਾ, ਵਿਸ਼ਵਾਸੀਆਂ ਦਾ ਪਿਤਾ ਹੈ। ਅੱਜ ਐਸਾ ਵਿਸ਼ਵਾਸ ਪਰਮੇਸ਼ਵਰ ਵੀ ਸਾਨੂੰ ਕਰਨ ਦੇ ਲਈ ਕਹਿੰਦੇ ਨੇ ਕਿ ਪਰਮੇਸ਼ਵਰ ਕਹਿੰਦਾ ਤੂੰ ਵਿਸ਼ਵਾਸ ਤੇ ਕਰ, ਮੇਰੇ ਤੇ ਭਰੋਸਾ ਤੇ ਰੱਖ। ਇਨਸਾਨ ਤੇ ਵਿਸ਼ਵਾਸ ਰੱਖੇਗਾ ਤੇ ਤੂੰ ਸ਼ਰਾਪਿਤ ਹੈ, ਕਿਉਂਕਿ ਬਾਈਬਲ ਕਹਿੰਦੀ ਮਨੁੱਖ ਤੇ ਆਸ ਰੱਖਣਾ, ਇਨਸਾਨ ਤੇ ਭਰੋਸਾ ਰੱਖਣ ਵਾਲਾ ਇਨਸਾਨ ਸ਼ਰਾਪਿਤ ਹੈ। ਉਸ ਪਰਮੇਸ਼ਵਰ ਤੇ ਭਰੋਸਾ ਰੱਖੋ ਜਿਹਨੇ ਸਭ ਕੁਝ ਤੁਹਾਨੂੰ ਦਿੱਤਾ, ਉਹ ਸੰਭਾਲੇਗਾ ਵੀ, ਉਹ ਕਰੇਗਾ ਵੀ। ਉਹ ਆਪਣੇ ਮਾਸਟਰ ਪਲਾਨ ਦੇ ਰਹਿਤ ਹੀ ਤੁਹਾਨੂੰ ਚਲਾਏਗਾ ਅਗਰ ਤੁਸੀਂ ਉਸਦੀ ਅਗਵਾਈ ਹੇਠ ਚੱਲਦੇ ਹੋ ਤਾਂ, ਅਗਰ ਤੁਸੀਂ ਉਸਦੀ ਆਗਿਆ ਨੂੰ ਮੰਨਦੇ ਹੋ ਤਾਂ, ਅਗਰ ਤੁਸੀਂ ਉਸਦੇ ਅਧੀਨ ਚੱਲਦੇ ਹੋ ਤਾਂ, ਅਗਰ ਤੁਸੀਂ ਉਸਦੇ ਵਿੱਚ ਟਾਈਮ ਨੂੰ ਸਪੈਂਡ ਕਰਦੇ ਹੋ ਤਾਂ, ਅਗਰ ਤੁਸੀਂ ਉਸਦੇ ਸੱਚੇ ਸੇਵਕ, ਸੱਚੇ ਚੇਲੇ, ਸੱਚੇ ਦਾਸ, ਸੱਚੇ ਬੇਟੇ ਬੇਟੀਆਂ ਬਣ ਚੁੱਕੇ ਹੋ, ਤਾਂ ਉਹ ਆਪਣੇ ਵਾਅਦਿਆਂ ਨੂੰ, ਤੁਹਾਡੀ ਜ਼ਿੰਦਗੀ 'ਚ ਮਾਸਟਰ ਪਲਾਨ ਨੂੰ ਪੂਰਾ ਕਰੇਗਾ। ਉੱਥੇ ਕੀ ਲਿਖਿਆ ਸੀਗਾ ਕਿ ਜਿਹੜਾ ਕੋਈ ਆਪਣੇ ਪ੍ਰਾਣ ਨੂੰ ਵੀ ਮੇਰੇ ਤੋਂ ਜ਼ਿਆਦਾ ਪ੍ਰਿਯ ਜਾਣਦਾ ਹੈ, ਤੁਸੀਂ ਪ੍ਰਿਯ ਜਾਣਦੇ ਹੋ ਆਪਣੇ ਮਾਤਾ ਪਿਤਾ ਨੂੰ, ਆਪਣੇ ਬੱਚਿਆਂ ਨੂੰ ਬਹੁਤ ਜ਼ਿਆਦਾ ਪ੍ਰਿਯ ਜਾਣਦੇ ਹੋ, ਤੇ ਤੁਸੀਂ ਮੇਰੇ ਚੇਲੇ ਨਹੀਂ ਹੋ। ਪਰਮੇਸ਼ਵਰ ਕਹਿੰਦਾ ਮੇਰੇ ਚੇਲੇ ਮੇਰੀ ਆਵਾਜ਼ ਨੂੰ ਸੁਣਦੇ, ਮੇਰੀਆਂ ਭੇਡਾਂ, ਬਾਈਬਲ ਕਹਿੰਦੀ ਮੇਰੀ ਆਵਾਜ਼ ਨੂੰ ਸੁਣਦੀਆਂ। ਤਾਂ ਉਹਦਾ ਆਵਾਜ਼ ਨੂੰ ਦੇਖਿਓ ਕੀ ਕਹਿੰਦਾ। ਜਦੋਂ ਹੰਨਾ ਕੋਲੋਂ ਬੱਚਾ ਨਹੀਂ ਸੀ, ਹੰਨਾ ਰੋ ਰੋ ਕੇ ਦੁਆਵਾਂ ਕਰਦੀ ਸੀ, ਕੁੜਦੀ ਸੀ, ਚਿੜਦੀ ਸੀ, ਆਪਣੇ ਹਸਬੈਂਡ ਨਾਲ ਲੜਦੀ ਸੀ, ਬਹੁਤ ਕੁਝ ਕਰਕੇ ਉਹਨੇ ਦੇਖ ਲਿਆ।
ਕੁਝ ਕੰਮ ਨਹੀਂ ਆਇਆ। ਇੰਨੇ ਸਾਲ ਉਹਨੂੰ ਕੋਈ ਬੇਬੀ ਬਲੈਸਿੰਗ ਨਹੀਂ ਮਿਲੀ। ਇੱਕ ਦਿਨ ਜਦੋਂ ਪਰਮੇਸ਼ਰ ਦੇ ਭਵਨ 'ਚ ਗਈ, ਉੱਥੇ ਜਾ ਕੇ ਪਰਮੇਸ਼ਰ ਦੇ ਨਾਲ ਗੱਲਬਾਤ ਕਰਦੀ, ਦੁਆ ਕਰਦੀ, ਕਹਿੰਦੀ ਪ੍ਰਭੂ ਤੂੰ ਮੈਨੂੰ ਦੇਂਗਾ ਤੇ ਮੈਂ ਤੈਨੂੰ ਦੇ ਦਾਂਗੀ। ਜਿੱਦਾਂ ਹੀ ਉਹਨੇ ਇਹ ਵਰਡਸ ਕਹੇ, ਉਹ ਸੱਚਮੁੱਚ ਪ੍ਰੈਗਨੈਂਟ ਹੋਈ। ਔਰ ਸੈਮੂਅਲ ਤੋਂ ਬਾਅਦ ਉਹਨੂੰ ਹੋਰ ਧੀਆਂ ਪੁੱਤਰ ਦੇ ਨਾਲ 5 ਬੱਚਿਆਂ ਨਾਲ ਪਰਮੇਸ਼ਰ ਨੇ ਆਸ਼ੀਸ਼ ਕੀਤਾ। ਪਰਮੇਸ਼ਰ ਤੁਹਾਨੂੰ ਦੇਖਦਾ ਹੈ, ਤੁਹਾਡੀ ਕੀ ਤੁਸੀਂ ਉਸਦੇ ਲਈ ਕੀ ਅਰਪਣ ਕਰਦੇ ਹੋ, ਕੀ ਸੈਕਰੀਫਾਈਸ ਕਰਦੇ ਹੋ, ਕਿੰਨਾ ਕੁ ਜੀਵਨ ਉਹਨੂੰ ਦਿੰਦੇ ਹੋ, ਇਹ ਪਰਮੇਸ਼ਰ ਦੇਖਦਾ ਹੈ। ਸਾਧੂ ਸੁੰਦਰ ਸਿੰਘ ਦੀ ਗਵਾਹੀ ਨੂੰ ਪੜੋ, ਗੂਗਲ 'ਚ ਸਰਚ ਮਾਰੋ। ਸਾਧੂ ਸੁੰਦਰ ਸਿੰਘ ਪਟਿਆਲਾ ਦੇ ਬੋਰਨ ਸੀਗੇ, ਸਿੱਖ ਫੈਮਿਲੀ ਤੋਂ ਬਿਲੋਂਗ ਕਰਦੇ ਸੀਗੇ। ਔਰ ਉਸਦੀ ਮਾਤਾ ਨੇ ਕੀ ਕੀਤਾ, ਉਹਨੂੰ ਸਾਧੂਆਂ ਦੇ ਹੇਠ, ਜਦੋਂ 12-13 ਸਾਲ ਦੀ ਉਮਰ ਹੋਈ, ਸਾਧੂਆਂ ਦੇ ਅੰਡਰ ਭੇਜਤਾ ਕਿ ਇੱਥੇ ਜਾ ਕੇ ਇਹਨਾਂ ਦੀ ਟ੍ਰੇਨਿੰਗ ਲੈ, ਏਦਾਂ ਪੀਸ ਨੂੰ ਲੱਭ, ਸ਼ਾਂਤੀ ਨੂੰ ਲੱਭ, ਤੂੰ ਆਪਣੇ ਭਰਾਵਾਂ ਵਰਗਾ ਨਾ ਹੋਈ, ਤੂੰ ਮੁਕਤੀ ਨੂੰ ਲੱਭ, ਤੂੰ ਸ਼ਾਂਤੀ ਨੂੰ ਲੱਭ, ਤੂੰ ਇੱਕ ਪਰਮੇਸ਼ਰ ਦੇ ਨਾਲ ਸੰਬੰਧ ਬਣਾ। ਉਹਨੇ ਸਾਧੂਆਂ ਦੇ ਹੇਠ ਉਹਨੂੰ ਟ੍ਰੇਨਿੰਗ ਦੇਣੀ ਸ਼ੁਰੂ ਕੀਤੀ। ਉਸ ਤੋਂ ਬਾਅਦ ਕੀ ਹੋਇਆ, ਜਦੋਂ ਉਹ ਉੱਥੇ ਗਿਆ, ਟ੍ਰੇਨਿੰਗ ਲੈਣੀ ਸ਼ੁਰੂ ਕੀਤੀ, ਉਸਨੇ ਉੱਥੇ ਜਾਂਦਾ ਸੀਗਾ ਔਰ ਉਹਨਾਂ ਕੋਲੋਂ ਬਹਿੰਦਾ ਸੀ ਜੰਗਲਾਂ ਦੇ ਵਿੱਚ, ਸਭ ਕੁਝ ਲਰਨ ਕਰਦਾ ਸੀ। ਲੇਕਿਨ ਇੰਗਲਿਸ਼ ਸਿੱਖਣ ਦੇ ਲਈ ਉਸਦੀ ਮਦਰ ਨੇ ਉਸਨੂੰ ਕ੍ਰਿਸਚਨ ਸਕੂਲ ਦੇ ਵਿੱਚ ਭੇਜਿਆ ਕਿ ਤੂੰ ਇੱਥੇ ਜਾ ਕੇ ਇੰਗਲਿਸ਼ ਸਿੱਖ। ਔਰ 14 ਸਾਲ ਦੀ ਉਮਰ ਦੇ ਵਿੱਚ ਸਾਧੂ ਸੁੰਦਰ ਸਿੰਘ ਦੀ ਮਾਤਾ ਜੀ ਗੁਜ਼ਰ ਗਏ, ਉਹਨਾਂ ਦੀ ਮਦਰ ਦੀ ਡੈਥ ਹੋ ਗਈ। ਜਿਹੜਾ ਉਹਦਾ ਬਹੁਤ ਹੀ ਜ਼ਿਆਦਾ ਆਸ਼ਾ ਦਾ ਇੱਕ ਪੁਆਇੰਟ ਸੀਗਾ, ਉਹ ਨਿਰਾਸ਼ਾ 'ਚ ਬਦਲ ਗਿਆ, ਕਿਉਂਕਿ ਉਹ ਆਪਣੀ ਮਦਰ ਨਾਲ ਜ਼ਿਆਦਾ ਕਰਦਾ ਸੀ, ਮਦਰ ਤੇ ਵਿਸ਼ਵਾਸ ਕਰਦਾ ਸੀ। ਉਹਦੇ ਕਾਰਨ ਹੀ ਉਹ ਇੰਨਾ ਕੁਝ ਕਰ ਰਿਹਾ ਸੀ, ਉਹਨਾਂ ਨੂੰ ਭੇਜਣ ਵਾਲੇ ਹੋਈ ਸੀ। ਔਰ ਉਹਦੀ ਲਾਈਫ 'ਚ ਨਿਰਾਸ਼ਾ ਆ ਗਈ ਤਾਂ ਉਹਨੇ ਕੀ ਕੀਤਾ, ਕਿ ਬਾਈਬਲ ਲਈ, ਬਾਈਬਲ ਖਰੀਦ ਕੇ ਉਹਦੇ ਇੱਕ ਪੇਜ ਫਾੜ ਕੇ ਨਾ ਜਲਾ ਦਿੱਤਾ। ਜਲਾ ਤਾਂ ਉਹਦੇ ਫਰੈਂਡਸ ਨੇ ਸਭ ਕੁਝ ਦੇਖਿਆ, ਕਿਉਂ ਉਹਦਾ ਮਨ ਬਹੁਤ ਨਿਰਾਸ਼ ਹੋ ਚੁੱਕਾ ਸੀ, ਪਰੇਸ਼ਾਨ ਹੋ ਚੁੱਕਾ ਸੀ, ਉਹ ਆਪਣੀ ਜ਼ਿੰਦਗੀ ਤੋਂ ਹਾਰ ਚੁੱਕਾ ਸੀ ਔਰ ਨਿਰਾਸ਼ਾ ਵਿੱਚ ਚਲਾ ਗਿਆ ਸੀ, ਜਿਸ ਕਰਕੇ ਉਸਨੇ ਇਹ ਕੰਮ ਕੀਤਾ। ਤੇ ਉਸਦੇ ਪਿਤਾ ਨੇ ਉਸਨੂੰ ਥੋੜਾ ਜਿਹਾ ਦਿਲਾਸਾ ਦਿੱਤਾ, ਬਟ ਉਹ ਗੱਲ ਨਹੀਂ ਬਣੀ। ਇੱਕ ਦਿਨ ਉਹਨੇ ਕੀ ਕੀਤਾ, ਪਟਰੀ ਤੇ ਗਿਆ, ਪਟਰੀ ਤੇ ਜਾ ਕੇ ਆਪਣੇ ਆਪ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਔਰ ਉਸ ਤੋਂ ਪਹਿਲਾਂ ਨਹਾਉਣ ਲੱਗਾ ਔਰ ਕਹਿੰਦਾ ਕਿ ਜੇ ਕੋਈ ਸੱਚਾ ਪਰਮੇਸ਼ਰ ਹੈ ਤਾਂ ਮੇਰੇ ਸਾਹਮਣੇ ਆਵੇ। ਪ੍ਰਾਰਥਨਾ ਕਰ ਰਿਹਾ, ਕਹਿੰਦਾ ਜੇ ਕੋਈ ਸੱਚਾ ਪਰਮੇਸ਼ਵਰ ਹੈ ਤਾਂ ਮੇਰੇ ਸਾਹਮਣੇ ਆਏ। ਉਸੇ ਰਾਤ ਪਰਮੇਸ਼ਰ ਨੇ ਉਸਨੂੰ ਦਰਸ਼ਨ ਦਿੱਤਾ, ਉਸਦੇ ਨਾਲ ਗੱਲਬਾਤ ਕੀਤੀ ਔਰ ਉਸਨੇ ਸੁਸਾਈਡ ਨਹੀਂ ਕੀਤਾ ਔਰ ਬਚ ਗਿਆ। ਔਰ ਉਸਨੇ ਸਵੇਰੇ ਉੱਠ ਕੇ ਆਪਣੇ ਪਿਤਾ ਨੂੰ ਦੱਸਿਆ, ਆਪਣੇ ਪਾਪਾ ਨੂੰ ਸਭ ਕੁਝ ਦੱਸਿਆ ਕਿ ਮੈਨੂੰ ਏਦਾਂ ਏਦਾਂ ਦਰਸ਼ਨ ਹੋਏ ਹੈ, ਮੈਂ ਏਦਾਂ ਏਦਾਂ ਉਹਨਾਂ ਨੂੰ ਦੇਖਿਆ, ਮੈਂ ਏਦਾਂ ਏਦਾਂ ਗੱਲਬਾਤ ਕੀਤੀ ਹੈ। ਔਰ ਉਹ ਕੀ ਕੀਤਾ, ਮਿਸ਼ਨਰੀ ਵੱਲ ਜਾਣ ਲੱਗ ਗਿਆ, ਪਰਮੇਸ਼ਰ ਦੀ ਸੇਵਾ ਕਰਨ ਲੱਗ ਗਿਆ। ਉੱਥੇ ਇੱਕ ਈਸਾਈ ਹਸਪੀਟਲ ਸੀ, ਉੱਥੇ ਰੋਗੀਆਂ ਦੀ ਸੇਵਾ ਕਰਨ ਲੱਗ ਗਿਆ। ਉਹਦੀ ਲਾਈਨ ਉਹ ਹੋ ਗਈ, ਉਹ ਉੱਧਰ ਹੀ ਜਾਣ ਲੱਗ ਗਿਆ, ਪਰਮੇਸ਼ਰ ਦੇ ਲੋਕਾਂ ਦੀ ਸੇਵਾ ਪ੍ਰਚਾਰ ਕਰਨ ਲੱਗ ਗਿਆ। ਜਦੋਂ ਉਹਦੇ ਫਾਦਰ ਨੇ ਦੇਖਿਆ ਕਿ ਇਹ ਤਾਂ ਉਹ ਕ੍ਰਿਸਚਨ ਬਣ ਰਿਹਾ, ਉਹਨਾਂ ਨੇ ਭੋਜ ਰੱਖਿਆ। ਭੋਜ ਦੇ ਵਿੱਚ ਉਹਨੂੰ ਪਤਾ ਲੱਗਿਆ, ਸਾਧੂ ਸੁੰਦਰ ਸਿੰਘ ਨੂੰ, ਕਿ ਇਹਦੇ ਵਿੱਚ ਜ਼ਹਿਰ ਮਿਲਾਇਆ, ਲੇਕਿਨ ਫਿਰ ਵੀ ਉਹਨੂੰ ਕੁਝ ਨਹੀਂ ਹੋਇਆ। ਉਹ ਇੰਨਾ ਟੁੱਟ ਗਿਆ ਕਿ ਉਹ ਉੱਥੋਂ ਨਿਕਲ ਗਿਆ ਔਰ ਨੰਗੇ ਪੈਰੀ ਹੀ ਸੇਵਾ ਕਰਨੀ ਉਹਨੇ ਸ਼ੁਰੂ ਕਰ ਦਿੱਤੀ। ਹਰ ਜਗ੍ਹਾ ਜਾ ਕੇ ਉਸਨੇ ਪ੍ਰਚਾਰ ਕੀਤਾ ਔਰ ਉਸਨੂੰ ਕਹਿੰਦੇ ਸੀ ਅਪੋਸਟਲ ਆਫ ਬਲੀਡਿੰਗ ਫੀਟ, ਜਿਹਦੇ ਪੈਰਾਂ 'ਚ ਖੂਨ ਵਗਦਾ ਰਹਿੰਦਾ ਸੀ, ਕਿਉਂਕਿ ਉਹ ਬਹੁਤ ਜਗ੍ਹਾ ਘੁੰਮ ਕੇ ਪਰਮੇਸ਼ਰ ਦਾ ਪ੍ਰਚਾਰ ਲੋਕਾਂ ਨੂੰ ਸੁਣਾਉਂਦਾ ਸੀ। ਔਰ ਜਿੱਥੇ ਜਿੱਥੇ ਉਹ ਜਾਂਦਾ ਸੀ, ਉੱਥੇ ਉੱਥੇ ਲੋਕ ਕਈ ਮੰਨਦੇ ਵੀ ਸੀ, ਕਈ ਉੱਤੇ ਅਤਿਆਚਾਰ ਵੀ ਕਰਦੇ ਸੀ, ਕੋਈ ਪਥਰਾਵ ਵੀ ਕਰਦੇ ਸੀ, ਕੋਈ ਮਾਰਦੇ ਵੀ ਸੀ। ਬਹੁਤ ਉਹਦੀ ਲਾਈਫ ਜਰਨੀ ਪੜ੍ਹ ਕੇ ਦੇਖੋ, ਉਹ ਵੀ ਤਾਂ ਇੱਕ ਦਾਸ ਹੀ ਸੀਗਾ ਨਾ ਪਰਮੇਸ਼ਰ ਦਾ, ਜਿਹੜਾ ਇਸ ਦੁਨੀਆ 'ਚ ਰਹਿ ਕੇ, ਜਿਹਨੇ ਪੰਜਾਬ ਦੇ ਵਿੱਚ ਜਨਮ ਲੈ ਕੇ ਕੰਮ ਕੀਤਾ। ਅੱਜ ਲੋਕ ਪਤਾ ਕੀ ਕਹਿੰਦੇ ਆ, ਬਹੁਤ ਲੋਕਾਂ ਕੋਲ ਗੱਲਾਂ ਬਹੁਤ ਆ, ਬਹਾਨੇ ਵੀ ਬਹੁਤ ਆ ਪਰਮੇਸ਼ਰ ਨੂੰ ਨਾ ਮੰਨਣ ਦੇ। ਉਹ ਕਹਿੰਦੇ ਬਸ ਚਮਤਕਾਰ ਹੋ ਜਾਏ, ਪ੍ਰਾਰਥਨਾਵਾਂ ਸੁਣੀਆਂ ਜਾਣ, ਫਿਰ ਅਸੀਂ ਉਦਾਂ ਦੇ ਰੀਤੀ ਰਿਵਾਜ ਕਰਨੇ ਆ, ਫਿਰ ਅਸੀਂ ਉਦਾਂ ਦਾ ਹੀ ਹੋਣਾ ਹੈ। ਫਿਰ ਤੁਸੀਂ ਸੱਚੇ ਚੇਲੇ ਨਹੀਂ ਹੋ। ਜੇ ਤੁਸੀਂ ਇਕੱਲੀ ਬਲੈਸਿੰਗ ਲੈਣ ਦੇ ਲਈ ਪਰਮੇਸ਼ਵਰ ਦੇ ਕੋਲ ਆਏ ਹੋ, ਇਕੱਲੀ ਹੀਲਿੰਗ ਲੈਣ ਦੇ ਲਈ ਪਰਮੇਸ਼ਵਰ ਕੋਲ ਆਏ ਹੋ, ਫਿਰ ਤੁਸੀਂ ਸੱਚੇ ਚੇਲੇ ਨਹੀਂ ਹੋ। ਉਹ ਸੱਚੇ ਚੇਲਿਆਂ ਨੂੰ ਪਿਆਰ ਕਰਦਾ, ਉਹਨਾਂ ਦੇ ਲਈ ਉਸਨੇ ਜਾਨ ਦਿੱਤੀ ਹੈ। ਇਨਸਾਨ ਬਦਲ ਸਕਦਾ, ਲੇਕਿਨ ਉਹ ਖੁਦਾਵੰਦ ਨਹੀਂ ਬਦਲ ਸਕਦਾ, ਉਹ ਪਰਮੇਸ਼ਰ ਨਹੀਂ ਬਦਲ ਸਕਦਾ। ਲੋਕ ਕਹਿੰਦੇ ਨੇ ਤੁਹਾਡੀ ਨਾ ਲਗਨ ਲੱਗੀ ਹੋਈ ਹੈ, ਇਸ ਕਰਕੇ ਤੁਹਾਡਾ ਕਿਤੇ ਹੋਰ ਧਿਆਨ ਨਹੀਂ। ਓਕੇ, ਤੁਸੀਂ ਵੀ ਲਗਨ ਲਾ ਕੇ ਦੇਖੋ, ਤੁਹਾਨੂੰ ਕਿਉਂ ਨਹੀਂ ਲੱਗਦੀ।
ਪਰਮੇਸ਼ਰ ਨੇ ਹਰ ਇੱਕ ਦੇ ਜੀਵਨ 'ਚ ਪਲਾਨ ਬਣਾਇਆ, ਯੋਜਨਾ ਬਣਾਈ, ਸਭ ਨੂੰ ਬੁਲਾਇਆ, ਹਰ ਇੱਕ ਸੇਵਾ ਦਿੱਤੀ, ਕੁਝ ਨਾ ਕੁਝ ਕਰਨ ਦੇ ਲਈ ਪਰਮੇਸ਼ਰ ਨੇ ਕਿਹਾ। ਜਦੋਂ ਤੁਸੀਂ ਉਹਦੇ ਕੋਲ ਬੈਠੋਗੇ, ਮੈਡੀਟੇਟ ਕਰੋਗੇ, ਮਨਨ ਕਰੋਗੇ, ਤਾਂ ਹੀ ਤਾਂ ਲਗਨ ਲੱਗੂਗੀ ਨਾ, ਤਾਂ ਹੀ ਲਗਨ ਲੱਗੂਗੀ। ਵਿਸ਼ਵਾਸ ਕਰੀਏ ਉਸ ਤੇ, ਆਪਣਾ ਜੀਵਨ ਸਮਰਪਣ ਕਰੀਏ ਉਹਨੂੰ। ਜਦੋਂ ਅਸੀਂ ਆਪਣਾ ਜੀਵਨ ਉਸ ਨੂੰ ਸਮਰਪਣ ਕਰ ਦਿੰਦੇ ਹਾਂ, ਫਿਰ ਸਾਨੂੰ ਆਪਣੇ ਪ੍ਰਾਣਾਂ ਦੀ ਚਿੰਤਾ ਨਹੀਂ ਹੁੰਦੀ, ਫਿਰ ਸਾਨੂੰ ਆਪਣੀ ਲਾਈਫ ਦੀ ਚਿੰਤਾ ਨਹੀਂ ਹੁੰਦੀ, ਫਿਰ ਸਾਨੂੰ ਆਪਣੇ ਫਿਊਚਰ ਦੀ ਚਿੰਤਾ ਨਹੀਂ ਹੁੰਦੀ, ਕਿਉਂਕਿ ਅਸੀਂ ਸਭ ਕੁਝ, ਆਪਣਾ ਸਭ ਕੁਝ ਪਰਮੇਸ਼ਰ ਨੂੰ ਦੇ ਬੈਠੇ ਹਾਂ। ਹੁਣ ਉਹ ਜਾਂ ਸਵਾਰੇ ਜਾਂ ਵਿਗਾੜੇ, ਜੋ ਮਰਜ਼ੀ ਕਰੇ, ਅਸੀਂ ਉਸ ਨੂੰ ਦੇ ਦਿੱਤਾ, ਅਸੀਂ ਉਸ ਨੂੰ ਸਮਰਪਣ ਕਰ ਦਿੱਤਾ, ਉਹਦੇ ਹੱਥਾਂ ਵਿੱਚ ਦੇ ਦਿੱਤਾ, ਉਹਨੂੰ ਜ਼ਿੰਮੇਵਾਰੀ ਦੇ ਦਿੱਤੀ। ਹੁਣ ਉਹੀ ਕਰਨਾ ਜਾਣਦਾ, ਆਪਣੇ ਬੱਚਿਆਂ ਦੀ ਜ਼ਿੰਦਗੀ 'ਚ ਭਲਾਈ ਕਰਨਾ ਵੀ ਜਾਣਦਾ। ਹਾਲੇਲੂਇਆ। ਆਈਏ ਅਸੀਂ ਪ੍ਰਾਰਥਨਾ ਕਰਾਂਗੇ। ਮਹਾਨ ਸਰਵਸ਼ਕਤੀਮਾਨ ਪਿਤਾ ਪਰਮੇਸ਼ਰ, ਤੇਰਾ ਧੰਨਵਾਦ ਕਰਦੇ ਪਿਤਾ, ਤੂੰ ਰਾਜਿਆਂ ਦਾ ਰਾਜਾ, ਪ੍ਰਭੂਆਂ ਦਾ ਪ੍ਰਭੂ, ਸਾਮਰਥੀ ਪਰਮੇਸ਼ਰ, ਜ਼ਿੰਦਾ ਪਰਮੇਸ਼ਰ ਹੈ, ਖੁਦਾਵੰਦ ਖੁਦਾ ਹੈ, ਦਇਆ ਦਾ ਸਾਗਰ ਹੈ, ਕਰੁਣਾ ਨਿਧੀ ਹੈ, ਤੇਰੇ ਜੈਸਾ ਕੋਈ ਨਹੀਂ ਪਿਤਾ ਪਰਮੇਸ਼ਰ। ਸੱਚਮੁੱਚ ਤੂੰ ਇਸ ਜ਼ਮੀਨ ਅਸਮਾਨ ਨੂੰ ਬਣਾਇਆ, ਇਸ ਕਾਇਨਾਤ ਨੂੰ ਬਣਾਇਆ, ਸਾਨੂੰ ਬਣਾਇਆ ਪਿਤਾ ਪਰਮੇਸ਼ਰ। ਹੁਣ ਦੇ ਹਰ ਇੱਕ ਜੋ ਤੂੰ ਬਣਾਇਆ ਪਿਤਾ ਪਰਮੇਸ਼ਰ, ਉਸ ਦੇ ਵਿੱਚ ਬਲੈਸ ਕਰ ਪ੍ਰਭੂ, ਫਰੂਟਫੁਲ ਕਰ ਸਭ ਨੂੰ ਪਿਤਾ ਜੀ। ਮੈਂ ਪ੍ਰਾਰਥਨਾ ਕਰਦੀ ਪਿਤਾ ਪਰਮੇਸ਼ਰ, ਜਿੰਨੇ ਵੀ ਲੋਕ ਇਸ ਵੀਡੀਓ ਨੂੰ ਦੇਖ ਰਹੇ ਪਿਤਾ, ਇਸ ਵਚਨ ਦੇ ਰਾਹੀਂ 100 ਗੁਣਾ ਆਸ਼ੀਸ਼ ਪਾਣ। ਜੋ ਕੋਈ ਵੀ ਪਿਤਾ ਪਰਮੇਸ਼ਰ ਤੁਸੀਂ ਉਹਨਾਂ ਨਾਲ ਗੱਲਬਾਤ ਕਰੋ, ਉਸ ਦੇ ਉੱਪਰੋਂ ਖਰੇ ਉਤਰਨ, ਪ੍ਰੀਖਿਆ ਦੇ ਵਿੱਚ ਪਿਤਾ ਪਰਮੇਸ਼ਰ ਸਫਲ ਹੋਣੇ ਪਾਣ। ਪਿਤਾ ਪਰਮੇਸ਼ਰ ਤੈਨੂੰ ਆਪਣਾ ਜੀਵਨ ਦੇਣੇ ਪਾਣ, ਤੈਨੂੰ ਸਭ ਤੋਂ ਪਹਿਲਾਂ ਪ੍ਰਾਇੋਰਟੀ ਦੇਣੇ ਪਾਣ, ਤੈਨੂੰ ਪ੍ਰਿਯ ਜਾਣਨ ਪਾਣ, ਬਾਕੀ ਚੀਜ਼ਾਂ ਬਾਅਦ ਚ ਪਿਤਾ। ਉਹ ਤੈਨੂੰ ਪਹਿਲਾ ਸਥਾਨ ਦੇਣ, ਤਾਂ ਜੋ ਜਦੋਂ ਤੈਨੂੰ ਪਹਿਲਾ ਸਥਾਨ ਦੇਣ, ਐਵਰੀ ਬਲੈਸਿੰਗ ਉਹਨਾਂ ਦਾ ਪਿੱਛਾ ਕਰੇ ਪਿਤਾ ਪਰਮੇਸ਼ਰ। ਹਰ ਇੱਕ ਬਿਮਾਰੀ, ਸ਼ਰਾਬ, ਅੰਧਕਾਰ, ਬੰਧਨ ਇਹਨਾਂ ਦੀ ਜ਼ਿੰਦਗੀਆਂ 'ਚ ਟੁੱਟਣ ਪਿਤਾ ਪਰਮੇਸ਼ਰ। ਔਰ ਬਇਤਾਇਤ ਦਾ ਖੁਦਾਵੰਦ ਖੁਦਾ ਇਹਨਾਂ ਨੂੰ ਵਚਨ ਦੇ, ਤਾਂ ਜੋ ਵਚਨ ਨਾਲ ਭਰ ਕੇ, ਪਵਿੱਤਰ ਆਤਮਾ ਨਾਲ ਭਰ ਕੇ, ਤੇਰੀ ਸਾਮਰਥ ਨਾਲ ਭਰ ਕੇ ਤੇਰੇ ਵੱਡੇ ਕੰਮਾਂ ਨੂੰ ਕਰ ਸਕਣ, ਸੁਸਮਾਚਾਰ ਦਾ ਪ੍ਰਚਾਰ ਫੈਲਾ ਸਕਣ। ਜਿਸ ਮਕਸਦ ਲਈ ਤੁਸੀਂ ਸਾਨੂੰ ਇਸ ਧਰਤੀ ਤੇ ਭੇਜਿਆ, ਉਹ ਮਕਸਦ ਅਸੀਂ ਤੇਰੀ ਜ਼ਿੰਦਗੀ 'ਚ ਪਿਤਾ, ਆਪਣੀ ਜ਼ਿੰਦਗੀ 'ਚ ਪੂਰੀ ਕਰ ਸਕੇ ਪਿਤਾ। ਤੇਰੀ ਇੱਛਾ ਮਰਜ਼ੀ ਨੂੰ ਪੂਰੀ ਕਰੀਏ, ਜਿਸ ਤਰ੍ਹਾਂ ਤੂੰ ਆਪਣੇ ਪਿਤਾ ਦੀ ਇੱਛਾ ਮਰਜ਼ੀ ਨੂੰ ਪੂਰਾ ਕੀਤਾ। ਤੇਰਾ ਧੰਨਵਾਦ ਕਰਦੇ, ਤੇਰੀ ਤਾਰੀਫ ਕਰਦੇ, ਯੀਸ਼ੂ ਮਸੀਹ ਨਾਮ 'ਚ ਮੰਗਦੇ, ਆਮੀਨ ਆਮੀਨ ਆਮੀਨ। ਸਾਰਿਆਂ ਨੂੰ ਜੈ ਮਸੀਹ ਕੀ।